ਦੇਵ ਦਾ ਪਾਠ ਕਰ ਰਹੀਆਂ ਸੀ ਸੰਗਤਾਂ। ਜੀ ਗਿਆਨੀ ਕੇਵਲ ਸਿੰਘ ਜੀ ਪਾਠ ਕਰ ਰਹੇ ਸੀ ਉਸ ਵੇਲੇ। ਜੀ ਪਾਠ ਕਰਦੀ ਸੰਗਤ ਦੇ ਉੱਤੇ ਸਾਰਾ ਇਹ ਪਾਣੀ ਦੀਆਂ ਵਿਛਾੜਾਂ, ਲਾਠੀ ਚਾਰਜ, ਸਾਰਾ ਕੁਝ, ਜੋ ਕੁਝ ਅਥਰੂ ਗੈਸ ਦੇ ਗੋਲੇ, ਜੋ ਕੁਝ ਸਾਰਾ ਕੁਝ ਜ਼ੁਲਮ ਹੋਇਆ, ਜੀ ਇਹ ਸਾਰਾ ਕੁਝ ਸਾਹਮਣੇ ਆ ਸਾਰਿਆਂ ਦੇ। ਹੂੰ ਉਹ ਬਿਲਕੁਲ ਉੱਥੇ ਸੁਬਾਹ ਦਾ ਕਹਿ ਲਓ ਵੀ ਅੰਮ੍ਰਿਤ ਵੇਲੇ ਦਾ ਸਮਾਂ ਤੇ ਨਿੱਤ ਨੇ ਬਾਣੀ ਦਾ ਪਾਠ ਹੋ ਰਿਹਾ ਸੀ। ਕਿੰਨੀਆਂ ਸ਼ਾਂਤਮਈ ਸੰਗਤਾਂ ਬੈਠੀਆਂ ਸੀ ਉੱਥੇ। ਹੂੰ ਉੱਥੇ ਗੁਰੂ ਦੇ ਪਿਆਰੇ ਕੋਈ ਗੋਲੀਆਂ ਚਲਾਉਣ ਨਹੀਂ ਗਏ ਸੀ, ਕੁਛ ਨਹੀਂ। ਉੱਥੇ ਗੁਰੂ ਗ੍ਰੰਥ ਸਾਹਿਬ ਜੋ ਕਿ ਚੈਲੰਜ ਕਰਕੇ ਮਤਲਬ ਬੇਅਦਬੀ ਹੋਈ, ਪਹਿਲਾਂ ਚੈਲੰਜ ਹੋਇਆ ਸੀ। ਨਹੀਂ ਪੰਥਪ੍ਰੀਤ ਜੀ ਦੇਖੋ, ਤਸਵੀਰਾਂ ਦੇ ਵਿੱਚ, ਸੀਸੀਟੀਵੀ ਤਸਵੀਰਾਂ ਦੇ ਵਿੱਚ ਪੱਥਰਬਾਜ਼ੀ ਤਾਂ ਸਾਫ਼ ਤੌਰ ਤੇ ਹੁੰਦੀ ਹੋਈ ਨਜ਼ਰ ਆ ਰਹੀ ਹੈ। ਹਾਂਜੀ, ਪੱਥਰਬਾਜ਼ੀ ਉੱਥੇ ਪ੍ਰਦਰਸ਼ਨਕਾਰੀ ਕਰ ਰਹੇ ਨੇ, ਉਹ ਸੀਸੀਟੀਵੀ ਵਿੱਚ ਸਾਫ਼ ਨਜ਼ਰ ਆ ਰਿਹਾ। ਦੇਖੋ ਕਹਿਣ ਦਾ ਵਾ ਪੂਰੀ ਵੀਡੀਓਗ੍ਰਾਫੀ ਆਪਣਾ ਸਿੱਟ ਕੋਲੇ ਹੈ, ਪਹਿਲਾਂ ਕਮਿਸ਼ਨ ਨੂੰ ਦਿੱਤੀਆਂ ਨੇ। ਉਹ ਤਾਂ ਕਹਿੰਦਾ ਜਦੋਂ ਇਹਨਾਂ ਸੰਗਤਾਂ ਨੂੰ ਭੜਕਾ ਦਿੱਤਾ, ਇਹ ਕਰ ਦਿੱਤਾ, ਸਾਰਾ ਕੁਝ ਜ਼ਿੰਮੇਵਾਰੀ ਇਹਨਾਂ ਦੀ ਹੈ। ਜੀ ਸੰਗਤਾਂ ਦੇ ਗਿੱਟੇ ਭੰਨ ਦਿੱਤੇ, ਸੰਗਤਾਂ ਦੇ ਮਾਰ ਕੇ ਲਾਠੀਆਂ। ਸੰਗਤ ਦਾ ਨਾ ਕੋਈ ਬੈਰ ਸੀਗਾ ਸੰਗਤ ਦੇ ਨਾਲ, ਹੂੰ ਜਿਸ ਨੂੰ ਖਦੇੜ ਤੱਕ ਦਾ ਮਤਲਬ ਸੀ। ਜੀ। ਤੇ ਕਿੱਦਾਂ ਲਾਸ਼ਾਂ ਪੈ ਗਈਆਂ, ਕਿੱਦਾਂ ਪਰਚਾ ਦਰਜ ਨਹੀਂ ਹੋਣ ਦਿੱਤਾ, ਹੂੰ ਕਿੱਦਾਂ ਸੰਗਤਾਂ ਦੇ ਬੁਰੇ ਹਾਲ ਉੱਥੇ ਸੰਗਤਾਂ ਦੇ ਕੀਤੇ। ਠੀਕ ਇਹ ਹੈ ਸਭ ਨੂੰ ਸਾਰਾ ਕੁਝ ਸਾਰਾ ਸਾਹਮਣੇ ਆ, ਪਤਾ। ਤੇ ਮੈਂ ਉੱਥੇ ਖੁਦ ਮਤਲਬ ਉੱਥੇ ਚੌਂਕ ਦੇ ਵਿੱਚ ਉੱਥੇ ਮੇਰੀ ਗ੍ਰਿਫਤਾਰੀ ਹੋਈ ਸੀ। ਜੀ ਉੱਥੇ ਮੇਰਾ ਰਿਮਾਂਡ ਲੈ ਲਿਆ ਸੀ। ਰਿਮਾਂਡ ਦੇ ਦੌਰਾਨ ਮੇਰੇ ਤੋਂ ਕੀ ਮਿਲਿਆ, ਕੀ ਪੁੱਛ ਗਿੱਛ ਹੋਈ, ਕੀ ਹੋਇਆ, ਸਾਰਾ ਕੁਝ ਕਿੱਥੇ ਸੀ ਉਹ ਸਾਰਾ ਕੁਝ ਹੂੰ ਤੁਹਾਨੂੰ ਮੈਂ ਦੱਸ ਦੇਵਾਂ। ਉੱਥੋਂ ਮੇਰੀ ਉੱਥੇ ਹੀ ਗ੍ਰਿਫਤਾਰੀ ਹੋ ਕੇ ਪੁਲਿਸ ਰਿਮਾਂਡ ਲੈ ਗਿਆ ਸੀ ਮੇਰਾ। ਹੂੰ ਕਹਿੰਦੇ ਸੀਬੀਆਈ ਨੂੰ ਕੇਸ ਦੇ ਦਿੱਤਾ ਸੀਗਾ, ਸੀਬੀਆਈ ਨੇ ਵੀ ਪੁੱਛਗਿੱਛ ਕੀਤੀ ਹੋਣੀ ਹੈ। ਈਵਨ ਗੌਰਵ ਜੀ ਮੈਂ ਆ ਰਿਹਾ ਸਰ, ਆ ਰਿਹਾ ਥੋੜੇ ਬੇਨਤੀ, ਰਮਾਣਾ ਸਾਹਿਬ ਉਹਦਾ ਵੀ ਜਵਾਬ ਦੇ ਦੇਣ ਨਾਲ। ਮੈਂ ਪਲੀਜ਼ ਇੱਕ ਵਾਰੀ ਪੰਥਪ੍ਰੀਤ ਜੀ ਨੂੰ ਕੰਪਲੀਟ ਕਰ ਲੈਣ ਦਿਓ, ਮੈਂ ਇੱਕ ਇੱਕ ਕਰਕੇ ਸਾਰਿਆਂ ਕੋਲ ਆ ਰਿਹਾ। ਪੰਥਪ੍ਰੀਤ ਜੀ। ਹਾਂਜੀ, ਮੈਂ ਕਿਹਾ ਵੀ ਉੱਥੋਂ ਹੀ ਮੈਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਜੀ। ਪੁਲਿਸ ਰਿਮਾਂਡ ਲਿਆ ਗਿਆ ਸੀ। ਸਾਰਾ ਕੁਝ ਏਦਾਂ ਦਾ ਕੁਝ ਵੀ ਨਹੀਂ ਸੋਚੋ ਵੀ ਕਿਸੇ ਸੰਗਤ ਨੇ ਕੋਈ ਇਹ ਖੋਲਿਆ, ਸੰਗਤ ਨੇ ਕਰਤਾ। ਇਹ ਸਾਰਾ ਹੁਣ ਬਾਅਦ ਵਿੱਚ ਝੂਠੀਆਂ ਕਹਾਣੀਆਂ ਘੜੀਆਂ ਜਾ ਰਹੀਆਂ। ਵਾਰੀ ਸਾਡਾ ਤਾਂ ਬਿਆਨ ਇਹੀ ਹੈ। ਠੀਕ ਹੈ, ਮੈਂ ਰਿਕੁਐਸਟ ਕਰ ਰਿਹਾ ਸਾਰੇ ਮਹਿਮਾਨਾਂ ਨੂੰ, ਪਲੀਜ਼ ਇੱਕ ਇੱਕ ਕਰਕੇ ਹੀ ਆਪਣੀ ਗੱਲ ਰੱਖਦੇ ਰਹਿਣਾ। ਬੰਟੀ ਰਮਾਣਾ ਜੀ ਦੇਖੋ ਦੋ ਗੱਲਾਂ ਜੀ, ਮੈਂ ਇੱਕ ਐਡ ਕਰ ਦਵਾਂ, ਤੁਸੀਂ ਉਸ ਦੇ ਉੱਪਰ ਵੀ ਜਵਾਬ ਦੇ ਦਿਓ ਕਿ ਜੇ ਗੋਲੀ ਸੱਜੇ ਪਾਸੇ ਤੋਂ ਚੱਲੀ ਹੈ ਜਾਂ ਖੱਬੇ ਪਾਸੇ ਤੋਂ ਚੱਲੀ ਹੈ। ਸਾਫ਼ ਇਹ ਵੀ ਨਹੀਂ ਹੋਇਆ ਹੁਣ ਤੱਕ ਕਿ ਜੇ ਸੱਜੇ ਪਾਸੇ ਤੋਂ ਵੀ ਚੱਲੀ ਹੈ ਤਾਂ ਉਹ ਫਿਰ ਕਿਸੇ ਪੁਲਿਸ ਵਾਲੇ ਨੇ ਨਹੀਂ ਚਲਾਈ ਜਾਂ ਫਿਰ ਕਿਸੇ ਪ੍ਰਦਰਸ਼ਨਕਾਰੀ ਨੇ ਚਲਾਈ ਹੈ। ਸੰਘੇੜਾ ਸਾਹਿਬ ਕਹਿੰਦੇ ਕੈਟਸ ਕੰਮ ਕਰਦੇ ਨੇ, ਮੁਖਬਰ ਕੰਮ ਕਰਦੇ ਨੇ। ਇਨਫੈਕਟ ਸਿਵਲ ਦੇ ਵਿੱਚ ਵੀ ਪੁਲਿਸ ਹੁੰਦੀ ਹੈ। ਸਿਵਲ ਦੇ ਵਿੱਚ ਹੁਣ ਰਿਵਾਲਵਰ ਜਾਂ ਕੋਈ ਹਥਿਆਰ ਹੁੰਦਾ ਨਹੀਂ ਹੁੰਦਾ, ਉਹ ਬਾਅਦ ਦੀ ਗੱਲ ਹੈ, ਜਾਂਚ ਦਾ ਵਿਸ਼ਾ ਹੈ। ਦੇਖੋ, ਮੈਂ ਤੁਹਾਨੂੰ ਪਹਿਲਾਂ ਵੀ ਇੱਕ ਗੱਲ ਆਖੀ ਕਿ ਮੈਂ ਇੱਥੇ ਪੁਲਿਸ ਨੂੰ ਡਿਫੈਂਡ ਕਰਨ ਨਹੀਂ ਆਇਆ ਜੀ। ਠੀਕ ਹੈ ਜੀ। ਮੈਂ ਜੋ ਤੱਥ ਅੱਜ ਪਬਲਿਕ ਦੇ ਸਾਹਮਣੇ ਆਏ ਹੈ, ਮੈਂ ਉਹ ਤੱਥਾਂ ਤੇ ਤੁਸੀਂ ਇੱਕ ਬਹਿਸ ਰੱਖੀ, ਉਹ ਤੱਥ ਲੋਕਾਂ ਦੇ ਸਾਹਮਣੇ ਆਉਣ, ਉਹਨੂੰ ਐਕਸਪਲੇਨ ਕਰ ਸਕੀਏ, ਲੋਕਾਂ ਨੂੰ ਸੱਚ ਸਾਹਮਣੇ ਆਵੇ। ਠੀਕ ਹੈ। ਪੰਥਪ੍ਰੀਤ ਜੀ ਨੂੰ ਤੁਸੀਂ ਮੇਰੇ ਤੋਂ ਪਹਿਲਾਂ ਪੁੱਛ ਰਹੇ ਸੀ, ਪੰਥਪ੍ਰੀਤ ਜੀ ਖੁਦ ਗਏ ਸੀ ਸੀਬੀਆਈ ਦੀ ਇਨਕੁਆਇਰੀ ਮੰਗਣ। ਠੀਕ ਹੈ, ਵੀ ਸਾਨੂੰ ਪੰਜਾਬ ਪੁਲਿਸ ਤੇ ਭਰੋਸਾ ਨਹੀਂ, ਪੰਜਾਬ ਸਰਕਾਰ ਤੇ ਭਰੋਸਾ ਨਹੀਂ, ਤੇ ਸੀਬੀਆਈ ਨੂੰ ਇਨਕੁਆਇਰੀ ਦਿੱਤੀ ਜਾਵੇ। ਸਭ ਨੇ ਮੰਗ ਕੀਤੀ ਸੀ, ਇਸ ਕਰਕੇ ਸੀਬੀਆਈ ਕੋਲੇ ਇਨਕੁਆਇਰੀਆਂ ਗਈਆਂ ਕੇਸਾਂ ਦੀਆਂ। ਮੇਰਾ ਇੱਕੋ ਸਵਾਲ ਸਤਿਕਾਰ ਨਾਲ ਮੈਂ ਪੰਥਪ੍ਰੀਤ ਜੀ ਨੂੰ ਪੁੱਛਣਾ ਚਾਹੂੰ, ਸੰਘੇੜਾ ਸਾਹਿਬ ਦੇ ਸਵਾਲ ਤੇ ਤੋਂ ਬਾਅਦ ਆਉਣਾ ਹੈ। ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ ਕਿ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਬੜੀਆਂ ਦੁਖਦਾਈ ਘਟਨਾਵਾਂ, ਬੜੀਆਂ ਬੇਅਦਬੀਆਂ ਹੋਈਆਂ। ਪੰਥਪ੍ਰੀਤ ਜੀ ਕਿੱਥੇ ਸੀ ਕਿਸੇ ਹੋਰ ਬੇਅਦਬੀ ਵਾਲੇ ਇਸ਼ੂ ਤੇ? ਇਹਨਾਂ ਦੇ ਦਰਸ਼ਨ ਕਿਉਂ ਨਹੀਂ ਹੋਏ ਉੱਥੇ ਅਜੇ ਤੱਕ? ਦੂਜੀ ਗੱਲ, ਸੰਘੇੜਾ ਸਾਹਿਬ ਨੇ, ਮੈਂ ਇਹ ਚਲੋ ਥੋੜਾ ਗਰਮ ਹੋ ਗਏ ਮੇਰੇ ਨਾਲ, ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ। ਸੰਘੇੜਾ ਸਾਹਿਬ ਨੇ ਕਿਹਾ ਵੀ ਇਹ ਕਿਤੇ ਨਹੀਂ ਕਲੀਅਰ ਕਿ ਇਹ SLR ਹੈ ਕਿ ਨਹੀਂ SLR। ਇਹ SIT ਨੇ ਚਲਾਨ ਦੇ ਵਿੱਚ ਮੈਂਸ਼ਨ ਕੀਤਾ ਬੜਾ ਕਲੀਅਰਲੀ ਜੀ ਕਿ 2 SLRਾਂ ਫਲਾਂ ਪੁਲਿਸ ਵਾਲਿਆਂ ਤੋਂ, ਰਸ਼ਪਾਲ ਸਿੰਘ ਹੈਡ ਕਾਂਸਟੇਬਲ ਕੁਲਵਿੰਦਰ ਸਿੰਘ ਤੋਂ ਇਸ ਵਕਤ ਖੋਈਆਂ ਗਈਆਂ। ਇਹ SLRਾਂ ਲੈ ਕੇ ਬੰਦੇ ਭੱਜ ਕੇ ਦੂਸਰੀ ਤਰਫ ਗਏ। ਮੈਂ ਫੇਰ ਤੁਹਾਡੀ ਵਾਲੀ ਗੱਲ ਕਹਾਂ, ਮੈਂ ਇੱਥੇ ਪੁਲਿਸ ਨੂੰ ਡਿਫੈਂਡ ਕਰਨ ਨਹੀਂ ਆਇਆ, ਪਰ ਜੇ ਇਹ ਕਹਿੰਦੇ ਕਿ SLRਾਂ ਖੋਈਆਂ ਨਹੀਂ, ਗਲਤ ਲਿਖਤਾ LK ਯਾਦਵ ਨੇ, ਫਿਰ ਤਾਂ LK ਯਾਦਵ ਦੀ ਸਾਰੀ ਇਨਵੈਸਟੀਗੇਸ਼ਨ ਹੀ ਅੰਡਰ ਕਲਾਊਡ ਆਪਾਂ ਲੈ ਆਉਣੇ। ਫਿਰ ਤਾਂ ਬਾਲ ਸਾਹਿਬ ਨੂੰ ਉਹਨਾਂ ਨੇ ਮੈਂਸ਼ਨ ਕੀਤਾ ਵਿੱਚ, ਫਿਰ ਉਸ ਗੱਲ ਤੇ ਵੀ ਅਸੀਂ ਕਿੰਤੂ ਪਰੰਤੂ ਕਰੀਏ। ਮੇਰਾ ਇੱਕ ਹੋਰ ਛੋਟਾ ਜਿਹਾ ਸਵਾਲ ਹੈ, ਲੋਕਾਂ ਦਾ ਵੀ ਕਰੋ ਜੀ। SLR ਮੈਂ ਤੁਹਾਡੇ ਕੋਲ ਆ ਰਿਹਾ। SLR ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਪਰ ਕੀ ਗੋਲੀ SLR ਤੋਂ ਹੀ ਚੱਲੀ ਜਿਹੜੀ ਅਜੀਤ ਸਿੰਘ ਨੂੰ ਵੱਜੀ ਹੈ? ਉਹਦੇ ਚ ਜੀ ਮੈਂ ਮੈਂਸ਼ਨ ਦੱਸ ਦਿੰਦਾ ਤੁਹਾਨੂੰ, ਟੈਕਨੀਕਲੀ ਦੱਸ ਦਿਆਂ। ਗੋਲੀ ਚੱਲੀ ਹੈ 7.62 mm ਦਾ ਕਾਰਟ੍ਰਿਜ ਹੈ। ਠੀਕ ਹੈ, ਉਹ SLR ਦੇ ਵਿੱਚ ਪੈਂਦਾ। ਸਰਕਾਰੀ ਅਸਲੇ 'ਚ ਹੀ ਹੁੰਦਾ ਉਹ 7.62 mm। ਜੇ SLRs ਦੇ ਵਿੱਚ ਪੈਂਦਾ, ਜਿਹੜੀ ਇਹ ਗੱਲ ਕਰ ਰਹੇ ਸੀ ਕਿ ਜਦੋਂ SLRਾਂ ਜਾਂ ਕੋਈ ਸਰਕਾਰੀ ਅਸਲਾ ਖੋਇਆ ਜਾਵੇ, ਉਹ ਬੜੀ ਵੱਡੀ ਗੱਲ ਬਣ ਜਾਂਦੀ, ਉਹਦੀ ਰਿਕਵਰੀ ਹੁੰਦੀ ਹੈ। ਮੈਂ ਇਹਨਾਂ ਦੀ ਜਾਣਕਾਰੀ ਵਾਸਤੇ ਦੱਸ ਦਿਆਂ,
ਉਸੇ ਦਿਨ ਸ਼ਾਮ ਨੂੰ ਦੋਨੋਂ SLRਾਂ ਰਿਕਵਰ ਹੁੰਦੀਆਂ ਤੇ ਉਹਨਾਂ ਦੇ ਵਿੱਚ ਜਿਹੜੇ ਕਾਰਟ੍ਰਿਜਸ ਸੀ ਉਹ ਕਾਰਟ੍ਰਿਜਸ ਘੱਟ ਸੀ। ਇਹ SIT ਦੀ ਰਿਪੋਰਟ ਦੇ ਵਿੱਚੋਂ ਹੀ ਕੋਟ ਕਰ ਰਿਹਾ। ਮੈਂ ਫੇਰ ਦੱਸ ਦਿਆਂ ਕਿ ਮੈਂ ਆਪਦੇ ਕੋਲ ਕੁਝ ਨਹੀਂ ਕਹਿ ਰਿਹਾ। ਇੱਕ ਹੋਰ ਪੁਆਇੰਟ ਰੱਖ ਰਿਹਾ ਸਰ, ਜਿਹੜੀਆਂ 2 ਚੋਰੀ ਹੋਈਆਂ ਜਾਂ 2 ਖੋਈਆਂ ਗਈਆਂ ਉਸ ਦੇ ਵਿੱਚ ਕਾਰਟ੍ਰਿਜ ਘੱਟ ਸੀ, ਜਿਹੜੀਆਂ ਬਾਕੀ ਪੁਲਿਸ ਮੁਲਾਜ਼ਮ ਲੈ ਕੇ ਘੁੰਮ ਰਹੇ ਸੀਗੇ ਉਹਨਾਂ ਦੇ ਵਿੱਚ ਵੀ ਘੱਟ ਸੀ ਕਿ ਨਹੀਂ ਸੀ? ਸੁਭਾਵਕ ਹੈ, ਉੱਥੇ ਵੀ ਹੋਇਆ ਨਾ। ਫਿਰ ਹੁਣ ਗੱਲ ਇਹ ਹੈ ਕਿ ਚੋਰੀ ਵਾਲੀ ਜਿਹੜੀ ਖੋਈ ਗਈ ਹੈ ਉੱਥੋਂ ਗੋਲੀ ਚੱਲੀ ਹੈ ਜਾਂ ਹੋਰ ਪੁਲਿਸ ਵਾਲਿਆਂ ਨੇ ਚਲਾਈ ਹੈ? ਕਲੀਅਰ ਜੀ ਇੱਕੋ ਗੱਲ, ਸੌਰੀ ਜੀ ਲਾਸਟ ਗੱਲ ਰੱਖਦੇ ਹਾਂ ਫਿਰ ਤੁਸੀਂ ਉਸ ਤੋਂ ਬਾਅਦ ਆ ਜਿਓ ਜੀ। ਜਿਹੜੀ ਪੁਲਿਸ ਫੋਰਸ ਹੈ ਨਾ ਜੀ, ਉਹ ਤੁਸੀਂ ਅਜੀਤ ਸਿੰਘ ਦੀ ਮੈਂ ਕੱਲ ਹੀ ਇੰਟਰਵਿਊ ਦੇਖ ਰਿਹਾ ਸੀ ਸਾਡੇ ਵੀਰ ਦੀ, ਜਿਹੜੀ ਪੁਲਿਸ ਫੋਰਸ ਹੈ ਜਿਹਦੇ ਚ ਤੁਹਾਡੇ ਕੋਲ ਇੱਕ ਹੋਰ ਵੀਡੀਓ ਮੈਂ ਦੇਖੀ ਹੈ ਜਿਹਦੇ ਚ ਪੁਲਿਸ ਫਾਇਰ ਕਰ ਰਹੀ ਹੈ ਜੀ। ਪੁਲਿਸ ਫੋਰਸ ਸਾਹਮਣੇ ਖੜੀ ਹੈ, ਠੀਕ ਹੈ, ਉਹਦੇ ਖੱਬੇ ਪੱਟ ਵੱਲ ਇਹ ਫਾਇਰ ਵੱਜਦਾ, ਉਹਦੇ ਸੱਜੇ ਪੱਟ ਚ ਪਿਛਲੇ ਪਾਸੇ ਪੁਲਿਸ ਨਹੀਂ ਹੈ। ਪੁਲਿਸ ਸਾਰੀ ਸਾਹਮਣੇ ਹੈ। ਤੁਸੀਂ ਦੂਸਰਾ CCTV ਕੱਢ ਲਓ, ਦਿਖਾ ਦਿਓ ਲੋਕਾਂ ਨੂੰ ਨਾ ਸਾਰਾ ਸਾਹਮਣੇ। ਚਲੋ ਮੈਂ ਸੰਘੇੜਾ ਸਾਹਿਬ ਦਾ ਰੁਕ ਕਰਾਂ। ਸੰਘੇੜਾ ਦੇਖੋ ਗੌਰਵ ਜੀ, ਮੈਂ ਤਾਂ ਸਪਸ਼ਟ ਤੌਰ ਤੇ ਕਹਿਣਾ ਆ ਕਿ ਉਸ ਵੇਲੇ ਮੁੱਖ ਮੰਤਰੀ ਸਾਹਿਬ ਸੀਗੇ, ਡਿਪਟੀ ਮੁੱਖ ਮੰਤਰੀ ਸਾਹਿਬ ਸੀਗੇ, ਮੈਂ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਨਹੀਂ ਲੈ ਰਿਹਾ ਇਸ ਵੇਲੇ, ਮੈਂ ਇਹ ਕਹਿ ਰਿਹਾ ਵੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਔਰ ਇਹ ਜਿਹੜੀ SLR ਗਾਇਬ ਹੋਈ, ਫਿਰ ਉਹ ਥੋੜੇ ਘੰਟਿਆਂ ਬਾਅਦ ਮਿਲ ਵੀ ਗਈ ਜੀ। ਔਰ ਉਸ ਤੋਂ ਬਾਅਦ ਜਿਹੜਾ ਬਹਿਬਲ ਕਲਾਂ ਚ ਕਤਲੇਆਮ ਹੋਇਆ, ਉੱਥੇ 2 ਫੱਟੜ ਮੁੰਡੇ ਟੀਨੇਜਰ ਸਿੱਖ ਮੁੰਡੇ, ਉਹਨਾਂ ਤੇ ਹੀ ਕੇਸ ਪਾਤਾ ਕਿ ਬੇਅਦਬੀਆਂ ਲਈ ਇਹ ਜ਼ਿੰਮੇਵਾਰ ਨੇ। ਜਦੋਂ ਸੰਗਤ ਨੇ ਠੋਕ ਕੇ ਵਿਰੋਧ ਕੀਤਾ, ਇੱਕ ਟੈਂਪੂ ਬਣ ਗਿਆ, ਸਾਰਾ ਐਕਸਪੋਜ਼ ਹੋਣ ਲੱਗ ਗਈ ਪੰਥਕ ਸਰਕਾਰ, ਤਾਂ ਉਸ ਤੋਂ ਬਾਅਦ ਉਹਨਾਂ ਮੁੰਡਿਆਂ ਨੂੰ ਕਲੀਨ ਚਿੱਟ ਦੇ ਕੇ ਛੱਡ ਵੀ ਦਿੱਤਾ ਰਾਤੋਂ ਰਾਤ। ਪਹਿਲਾਂ ਰਾਤੋਂ ਰਾਤ ਫੜ ਕੇ ਉਹਨਾਂ ਤੇ ਕੇਸ ਪਾਤਾ। ਉਹ ਫੱਟੜ ਹੋਏ ਸੀ ਉਸ ਗੋਲੀ ਕਾਂਡ 'ਚ, ਦੋਨੇ ਹੀ ਮੁੰਡੇ ਬਾਅਦ ਛੱਡਿਆ ਇਹਨਾਂ ਨੇ। ਸੋ ਇਹ ਸਾਰਾ ਕੁਝ ਸਾਜ਼ਿਸ਼ ਅਧੀਨ ਹੋਇਆ। ਔਰ ਉਸ ਤੋਂ ਬਾਅਦ ਇਹਨੂੰ ਸਮੇਟਣ ਲਈ 2 ਸਾਲ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਅੱਗੇ ਇਹ ਕਿੰਨੀ ਕੁ ਸਰਕਾਰ ਨੇ ਦੂਜਿਆਂ ਦੀਆਂ ਮੰਗਾਂ ਮੰਨੀਆਂ ਆ, ਵਿਰੋਧੀ ਪਾਰਟੀਆਂ ਦੀਆਂ ਜਾਂ ਕਿਸ ਤਰ੍ਹਾਂ, ਉੱਪਰ ਇਹਨਾਂ ਦੀ ਸਰਕਾਰ ਸੀਗੀ, ਉਹਨਾਂ ਨੇ ਨਹੀਂ ਕੁਝ ਕੀਤਾ, ਉਹ ਵੱਖਰੀ ਗੱਲ ਹੈ। ਹਰ ਇੱਕ ਪਬਲਿਕ ਤਾਂ ਡਿਮਾਂਡ ਕਰਦੀ ਹੈ ਨਾ ਜਸਟਿਸ ਹੋਵੇ, ਪਰ ਉਸ ਵੇਲੇ ਫਿਰ ਸਬੂਤ ਨਸ਼ਟ ਕੀਤੇ ਗਏ। ਉਹ ਜਿਹੜੀ ਜੀਪ ਸੀ ਜਾਂ ਜਿਪਸੀ ਸੀਗੀ, ਉਹਦੇ ਤੇ ਗੋਲੀਆਂ ਮਾਰੀਆਂ ਗਈਆਂ। ਉਹਨਾਂ ਸਾਰੀਆਂ ਦੇ ਵਿੱਚ ਦੇਖੋ ਓਵਰਆਲ ਇਹ ਸਾਰਾ ਕੁਝ, ਛੋਟਾ ਜਿਹਾ ਸਵਾਲ, ਉਹ ਬੰਦਿਆਂ ਦੀ ਛਵੀ ਲੀਡ ਕਰ ਰਿਹਾ ਸੀ। ਨਹੀਂ ਤਾਂ ਲੱਗ ਰਿਹਾ ਕਿ LK ਸੰਘੇੜਾ ਸਾਹਿਬ, ਲੱਗ ਰਿਹਾ ਕਿ LK ਯਾਦਵ ਦੀ SIT ਬਿਲਕੁਲ ਸਹੀ ਡਾਇਰੈਕਸ਼ਨ ਦੇ ਵਿੱਚ ਜਾਂਚ ਕਰ ਰਹੀ ਹੈ। ਦੇਖੋ ਇਟ ਵਿਲ ਬੀ ਵੈਰੀ ਮਚ ਪ੍ਰੀਮੈਚੁਰ ਔਰ ਐਟ ਦਾ ਸੇਮ ਟਾਈਮ ਜਦੋਂ ਕੋਈ ਅਕਾਲੀ ਦਲ ਉਸ ਰਿਪੋਰਟ ਨੂੰ ਬਿਹਾਫ ਬਣਾ ਕੇ ਕਹਿ ਰਿਹਾ ਕਿ ਨਹੀਂ ਇਹ ਪੁਲਿਸ ਨੇ ਗੋਲੀ ਨਹੀਂ ਚਲਾਈ। ਦੇਖੋ ਮੈਂ ਇਸ ਗੱਲ ਨੂੰ ਟਵਿਸਟ ਨਹੀਂ ਕਰਨਾ ਚਾਹੁੰਦਾ, ਕਿਉਂਕਿ ਜਿਹੜੀ SIT ਕੰਮ ਕਰ ਰਹੀ ਆ ਜਾਂ ਜੋ ਵੀ ਆ, ਇਹਦੀ ਹਾਈ ਕੋਰਟ ਨਿਗਰਾਨੀ ਕਰ ਰਹੀ ਆ। ਮੈਂ ਤਾਂ ਜੋ ਚੀਜ਼ਾਂ ਸਾਹਮਣੇ ਆਈਆਂ ਉਹਦੇ ਬਾਰੇ ਆਪਣੀ ਪਾਰਟੀ ਦਾ ਸਟੈਂਡ ਦੱਸ ਰਿਹਾ ਕਿ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਉਸ ਵੇਲੇ ਦੀ ਸਰਕਾਰ ਜਿਹੜੀ ਆ ਉਹਨੂੰ ਕੋਈ ਰਾਹਤ ਨਹੀਂ ਮਿਲਦੀ। ਹੁਣ ਵੀ ਤੁਸੀਂ ਦੇਖ ਲਓ ਬੰਟੀ ਰਮਾਣਾ ਸਾਹਿਬ ਕਿੱਦਾਂ ਪੁਲਿਸ ਨੂੰ ਡਿਫੈਂਡ ਕਰ ਰਹੇ ਆ ਔਰ ਕਲੀਅਰ ਕੱਟ ਹੀ ਕਹਿ ਰਹੇ ਨੇ ਸੰਗਤ ਵੱਲੋਂ ਗੋਲੀ ਚੱਲੀ ਆ। ਬਲਟੋਹਾ ਸਾਹਿਬ ਵੀ ਬੜੇ ਖੁਸ਼ ਸੀਗੇ, ਦਿਨੇ ਮੈਂ ਦੇਖ ਰਿਹਾ ਸੀ, ਉਹਨਾਂ ਦੇ ਚਿਹਰੇ ਤੇ ਲਾਲੀ ਸੀਗੀ ਵੀ ਸੰਗਤ ਐਕਸਪੋਜ਼ ਹੋ ਗਈ। ਇਦਾਂ ਥੋੜੀ ਲੱਗੇ ਚਿਹਰਿਆਂ ਦੇ, ਮੈਨੂੰ ਤਾਂ ਸਮਝ ਨਹੀਂ ਆਉਂਦੀ ਸੰਘੇੜਾ ਸਾਹਿਬ। ਆਪਣੇ ਗੱਲਬਾਤ ਕਰਦੇ ਮੋੜ ਤੋਂ ਪਤਾ ਲੱਗ ਹੀ ਜਾਂਦਾ। ਮੈਂ ਵੀ ਬੋਲਣਾ, ਇਹਨਾਂ ਦੇ ਚਿਹਰੇ ਦਾ ਰੰਗ ਮੈਂ ਵੀ ਦੱਸ ਸੁਖਦੇਵ ਜੀ ਵੇਟ ਕਰ ਰਹੇ ਨੇ, ਪਲੀਜ਼ ਸੁਖਦੇਵ ਜੀ ਵੇਟ ਕਰ ਰਹੇ ਨੇ ਬਹੁਤ ਦੇਰ ਦੇ। ਸਾਨੂੰ ਤਾਂ ਦੁੱਖ ਹੁੰਦਾ ਆ, ਹਾਂਜੀ। ਔਰ ਠੀਕ ਹੈ ਸੰਘੇੜਾ ਸਾਹਿਬ, ਉਹ ਵੈਲਿਡ ਪੁਆਇੰਟ ਹੈ ਤੁਹਾਡਾ, ਬਹੁਤ ਮੰਦਭਾਗੀਆਂ ਘਟਨਾਵਾਂ। ਠੀਕ ਹੈ, ਚਲੋ ਮੈਂ ਇੱਕ ਰਿਐਕਸ਼ਨ ਦੇ ਲਈ ਆਉਂਗਾ, ਸਮਾਂ ਬਹੁਤ ਘੱਟ ਹੈ, ਪਲੀਜ਼ ਥੋੜਾ ਜੀ ਮੈਂ ਇੱਕ ਵਾਰੀ ਸੁਖਦੇਵ ਜੀ ਦਾ ਰੁਖ ਕਰ ਲਵਾਂ। ਸੁਖਦੇਵ ਜੀ, ਇਸ ਜਾਂਚ ਨੂੰ ਤੁਸੀਂ ਕਿਸ ਐਂਗਲ ਦੇ ਨਾਲ ਹੁਣ ਦੇਖ ਰਹੇ ਹੋ ਕਿ ਵਾਕਈ ਸਹੀ ਡਾਇਰੈਕਸ਼ਨ ਦੇ ਵਿੱਚ ਅੱਗੇ ਵਧ ਰਹੀ ਹੈ? ਕਿਉਂਕਿ ਉਸ ਜਾਂਚ ਦੇ ਵਿੱਚ ਜਿਹੜੇ ਤੱਥ ਨੇ ਜਾਂ ਉਹਨਾਂ ਦੀਆਂ ਰਿਪੋਰਟਸ ਉਹਨਾਂ ਦੇ ਵਿੱਚ ਲਿਖਿਆ ਗਿਆ SLR ਖੋਣ ਦਾ ਜ਼ਿਕਰ, ਉਸ ਨੂੰ ਹੀ ਅਕਾਲੀ ਦਲ ਇਸ ਸਮੇਂ ਉਸ ਦੇ ਬਿਹਾਫ ਦੇ ਉੱਤੇ ਹੀ ਗੱਲ ਕਰ ਰਿਹਾ ਹੈ। ਨਹੀਂ, ਉਹਦੇ ਬਿਹਾਫ ਤੇ ਗੌਰਵ ਜੀ ਆਪਾਂ ਗੱਲ ਕਿਵੇਂ ਕਰ ਸਕਦੇ ਹਾਂ? ਮੇਰਾ ਤਾਂ ਪਹਿਲੇ ਸਵਾਲ ਉੱਥੇ ਦੀ ਉੱਥੇ ਖੜਿਆ, ਜਦੋਂ ਸਰਦਾਰ ਜੋਰਾ ਸਿੰਘ ਨੇ ਪੁੱਛਿਆ ਵੀ ਕਿੰਨੇ ਫਾਇਰ ਹੋਏ, ਕਿੰਨੇ ਖੋਲ ਬਣੇ, ਕਿੰਨੇ ਉਹ ਹੈ, ਜਦੋਂ ਸਾਡੇ ਇੱਥੇ ਸਾਰੇ ਇਹ ਦੱਸ ਰਹੇ ਨੇ ਵੀ ਉਹਨਾਂ ਦਾ ਹਿਸਾਬ ਹੁੰਦਾ ਪੁਲਿਸ ਕੋਲੇ, ਤਾਂ ਫਿਰ ਦਿੱਤਾ ਕਿਉਂ ਨਹੀਂ ਸਰਦਾਰ ਜੋਰਾ ਸਿੰਘ ਨੂੰ? ਅਪੁਆਇੰਟ ਤਾਂ ਉਸ ਸਮੇਂ ਦੀ ਸਰਕਾਰ ਨੇ ਕੀਤਾ ਸੀ ਨਾ, ਪਿੱਛੋਂ ਬਾਹਰੋਂ ਤਾਂ ਆਇਆ ਨਹੀਂ ਸੀ। ਫਿਰ ਅਗਲੀ ਗੱਲ, ਆਪਾਂ ਬਾਰ-ਬਾਰ ਇਹ ਗੱਲ ਕਹਿ ਰਹੇ ਵੀ CBI ਕੋਲੇ ਚਲਿਆ ਗਿਆ, ਸ਼ਾਇਦ ਇਹ ਗੱਲ ਨੂੰ ਆਪਾਂ ਕਿਉਂ ਲੁਕੋ ਰਹੇ ਹਾਂ? CBI ਤੋਂ ਪਹਿਲਾਂ ਇੱਕ ਸੋਹਤਾ ਸਾਹਿਬ ਦੀ SIT ਬਣੀ, ਜਿਹਨੇ ਕਿ ਉਹਨੇ ਵੀ ਇੱਕ ਆਪਣੀ ਰਿਪੋਰਟ ਦਿੱਤੀ। ਉਹ ਸੋਹਤਾ ਸਾਹਿਬ ਦੀ SIT ਨੇ ਵੀ ਇੱਕ ਆਪਣੀ ਰਿਪੋਰਟ ਦਿੱਤੀ, ਔਰ ਉਹ ਰਿਪੋਰਟ ਦਾ ਬਾਅਦ ਚ ਕੀ ਬਣਿਆ ਸਾਰਿਆਂ ਨੂੰ ਪਤਾ। ਉਹੀ ਮੁੰਡੇ ਇਨਵੋਲਵ ਕਰ ਲਏ ਸੀਗੇ ਬਹਿਬਲ ਵਾਲੇ, ਜਿਹੜੇ ਕਿ ਵਿਚਾਰਿਆਂ ਦੇ ਗੋਲੀਆਂ ਵੱਜੀਆਂ ਸੀ। ਇਸ ਕਰਕੇ ਅੱਜ ਜੋ ਗੌਰਵ ਜੀ ਮਸਲੇ ਗੱਲ ਉੱਥੇ ਖੜੀ ਹੈ ਵੀ ਅਸੀਂ ਜੋ ਮਰਜ਼ੀ ਕਹੀ ਜਾਈਏ, ਪਰ ਸਾਡੇ ਮੇਨ ਸਵਾਲ ਤਾਂ ਉਹੀ ਖੜੇ ਨੇ ਨਾ ਵੀ ਉਹਨਾਂ ਸਮਿਆਂ ਦੇ ਵਿੱਚ ਫਿਰ ਪੁਲਿਸ ਨੇ ਇਹ
ਫੁਟੇਜ ਕਿਉਂ ਨਹੀਂ ਮੂਰੇ ਲਿਆਂਦੀ, ਕਿਉਂ ਕਿਹਾ ਵੀ ਡਿਸਟਰੋਏ ਹੋਗੀ? ਇਹ ਮੈਂ ਨਹੀਂ ਕਹਿ ਰਿਹਾ, ਪੁਲਿਸ ਨੇ ਆਪਣੇ ਰਿਕਾਰਡ 'ਚ ਕਿਹਾ ਵੀ ਡਿਸਟਰੋਏ ਹੋਗੀ, ਫਿਰ ਪੁਲਿਸ ਨੇ ਹਿਸਾਬ ਨਹੀਂ ਦਿੱਤਾ। ਔਰ ਇਹ ਹਿਸਾਬ ਕਿਉਂ ਨਹੀਂ ਦਿੱਤਾ, ਔਰ ਇਹ ਹੁਣ ਗੱਲਾਂ ਕਿਉਂ ਸਾਹਮਣੇ ਆ ਰਹੀਆਂ ਨੇ? ਮੈਂ ਤਾਂ ਦੇਖੋ ਗੱਲ ਇੱਕ ਹੈ, ਮੇਰੇ ਜਿਹੜੇ ਪੁਆਇੰਟ ਨੇ ਇਹ ਖੜੇ ਨੇ ਉੱਥੇ ਦੇ ਉੱਥੇ ਹੀ ਖੜੇ ਨੇ। ਅੱਜ ਗੌਰਵ ਜੀ ਚਾਹੀਦਾ ਤਾਂ ਇਹ ਹੈ, ਚਾਹੇ ਉਹ ਹੁਣ ਦੀ ਸਰਕਾਰ ਹੈ, ਉਹਨੂੰ ਵੀ ਇਸ ਗੱਲ ਪੜਤਾਲ ਪਹਿਲਾਂ ਤਾਂ ਇਹ ਕਰੇ ਨਾ ਵੀ ਹੁਣ ਕਿਵੇਂ ਯਾਦਵ ਸਾਹਿਬ ਕੋਲੇ ਆ ਗਈ ਇਹ। ਯਾਦਵ ਸਾਹਿਬ ਵੀ ਇਸ ਗੱਲ ਤੇ ਚੁੱਪ ਨੇ। ਯਾਦਵ ਸਾਹਿਬ ਨੂੰ ਵੀ ਦੱਸਣਾ ਚਾਹੀਦਾ ਹੁਣ ਦੇ ਜਿਹੜੇ ਐਸਆਈਟੀ ਵਾਲਿਆਂ ਨੂੰ ਵੀ ਹੁਣ ਫੁਟੇਜ ਕਿੱਥੋਂ ਆਈ, ਪਹਿਲਾਂ ਕਿਉਂ ਨਹੀਂ ਸੀਗੀ, ਪਹਿਲਾਂ ਕਿਉਂ ਡਿਸਟਰੋਏ ਕੀਤੀ ਗਈ ਆ? ਇਸ ਕਰਕੇ ਸਵਾਲ ਹੁਣ ਦੀ ਸਰਕਾਰ ਤੇ ਵੀ ਖੜਾ ਹੈ ਕਿ ਇਹ ਜਿਹੜੀ ਫੁਟੇਜ ਆ ਕਿੱਥੋਂ ਆਈ ਹੈ। ਠੀਕ ਹੈ, ਚਲੋ ਮੇਰੇ ਕੋਲ ਸਮਾਂ ਬਹੁਤ ਘੱਟ ਹੈ ਸਰ, ਮੈਂ ਛੋਟਾ ਜਵਾਬ ਲਵਾਂਗਾ ਲਾਸਟ 'ਚ ਮੈਨੂੰ ਰੱਦ ਕਰ ਲੈਂਦੇ ਹੋ ਜੀ। ਠੀਕ ਹੈ, ਮੈਂ ਤੁਹਾਨੂੰ ਮੈਂ ਇੱਕ ਵਾਰੀ ਪੰਥਪ੍ਰੀਤ ਜੀ ਦਾ ਰੁਕ ਕਰਦਾ। ਪੰਥਪ੍ਰੀਤ ਜੀ, ਤੁਸੀਂ ਲਗਾਤਾਰ ਜ਼ਿਕਰ ਕਰ ਰਹੇ ਹੋ ਕਿ ਇਹ ਝੂਠੀਆਂ ਕਹਾਣੀਆਂ ਬਣਾਈਆਂ ਜਾ ਰਹੀਆਂ ਨੇ, ਕਿਉਂ ਲੱਗਦਾ ਤੁਹਾਨੂੰ ਕਿ ਇਹ ਝੂਠੀਆਂ ਕਹਾਣੀਆਂ ਨੇ? ਦੂਜਾ ਪੁਆਇੰਟ ਇਹ ਕਿ ਜਿਹੜੀਆਂ ਹੁਣ ਤੱਕ ਜਾਂਚ ਹੋਈਆਂ ਤੁਸੀਂ ਤਾਂ ਬਹੁਤ ਜਿਹੜੀਆਂ ਜਾਂਚ ਏਜੰਸੀਆਂ ਤਕਰੀਬਨ ਸਭ ਦੇ ਸਾਹਮਣੇ ਜਾ ਕੇ ਆਪਣੇ ਬਿਆਨ ਦਰਜ ਕਰਵਾਏ ਹੋਣਗੇ, ਤੁਹਾਨੂੰ ਲੱਗ ਰਿਹਾ ਕਿ ਜਾਂਚ ਵੱਧ ਰਹੀ ਹੈ ਸਹੀ ਦਿਸ਼ਾ ਦੇ ਵਿੱਚ, ਕਨਕਲੂਡ ਹੋਣ ਵਾਲੇ ਪਾਸੇ ਪੂਰਾ ਕੇਸ ਵੱਧ ਰਿਹਾ? ਦੇਖੋ, ਇਹ ਝੂਠੀਆਂ ਕਹਾਣੀਆਂ ਬਣਾ ਕੇ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਰਾ ਕਮਿਸ਼ਨ ਐਸਸੀਡੀ ਕੱਢ ਚੁੱਕੀ ਹੈ। ਬਾਕੀ ਜਿਹੜੀ ਪਹਿਲਾਂ ਮਤਲਬ ਰਮਾਣਾ ਜੀ ਨੇ ਗੱਲ ਕੀਤੀ ਸੀ ਵੀ ਗੱਲ ਮਤਲਬ ਸੀਬੀਆਈ ਨੂੰ ਜਾਂਚ ਦੀ ਕਿਉਂ ਹੋਈ, ਉਸ ਵੇਲੇ ਕਿਉਂਕਿ ਜਿੰਨੇ ਦਾਅਵੇ ਕੀਤੇ ਸੀ ਕਿ ਉਸ ਵੇਲੇ ਮਤਲਬ ਇਹਨਾਂ ਦੇ ਆਗੂਆਂ ਵੱਲੋਂ ਜਾਂ ਮਤਲਬ ਉਸ ਵੇਲੇ ਪੁਲਿਸ ਅਫਸਰਾਂ ਵੱਲੋਂ ਉਹ ਗਲਤ ਨਿਕਲੇ। ਉਸ ਵੇਲੇ ਗੱਲ ਹੋਈ ਸੀ ਕਹਿੰਦੇ ਜੀ ਵਿਦੇਸ਼ੀ ਫੰਡਿੰਗ ਹੋ ਗਈ, ਇੱਕੋ ਸਾਰੇ ਫੰਡ ਵਾਲੇ ਗਲਤ ਨਿਕਲੇ। ਫਿਰ ਇਹਨਾਂ ਨੇ ਕਿਹਾ ਸੀਗਾ ਉਹ ਜਿਹੜਾ ਪੰਜ ਕਰਾਈ ਸਰਪੰਚ ਕੋਲੇ ਮੰਨ ਗਏ ਜੀ ਬੇਅਦਬੀ ਕੀਤੀ ਹੈ, ਸਰਪੰਚ ਸਾਹਿਬ ਨੂੰ ਅਸੀਂ ਬੁਲਾ ਕੇ ਲਿਆ ਕੇ ਪ੍ਰੈਸ ਕਾਨਫਰੰਸ ਕਰਾਈ ਸੀ ਬਠਿੰਡੇ। ਉਸ ਵੇਲੇ ਉਹਨੇ ਕਿਹਾ ਸੀ ਮੇਰੇ ਨਾਲ ਕੋਈ ਏਦਾਂ ਦੀ ਗੱਲ ਨਹੀਂ ਹੋਈ। ਜਦੋਂ ਏਦਾਂ ਦੇ ਝੂਠ ਨਿਕਲਣੇ ਸ਼ੁਰੂ ਹੋਏ ਵੀ ਮੰਨ ਗਏ ਜੀ ਸਰਪੰਚ ਕੋਲੇ ਮੰਨ ਗਏ ਜੀ ਵਿਦੇਸ਼ੀ ਫੰਡ ਹੋ ਗਈ ਜੀ, ਉਹ ਸਾਰਾ ਕੁਝ ਰਿਪੋਰਟ ਨਿਕਲੇ। ਫਿਰ ਅਸੀਂ ਕਿਹਾ ਵੀ ਜਦੋਂ ਏਦਾਂ ਦੇ ਗੱਪ ਮਾਰੇ ਜਾ ਰਹੇ ਨੇ ਤਾਂ ਇਹ ਜਿਹੜੀ ਜਾਂਚ ਹੈ ਇਹ ਨਿਰਪੱਖ ਹੋਣੀ ਚਾਹੀਦੀ ਹੈ। ਮੈਂ ਇੱਕ ਹੋਰ ਛੋਟੀ ਚੀਜ਼ ਜਾਣਨੀ ਚਾਹੁੰਦਾ ਸਰ, ਸਮਾਂ ਬਹੁਤ ਘੱਟ ਹੈ। ਜਦੋਂ ਇਹ ਪੂਰਾ ਘਟਨਾਕ੍ਰਮ ਹੋ ਰਿਹਾ ਸੀ ਉੱਥੇ ਕੀ ਕੁਝ ਆਲੇ ਦੁਆਲੇ ਸੰਗਤ ਦੇ ਵਿੱਚ ਤੁਹਾਨੂੰ ਨਜ਼ਰ ਆਇਆ ਕਿ ਕੋਈ ਅਨਆਇਡੈਂਟੀਫਾਈ ਲੋਕ ਹੋਣ ਜਿਹੜਾ ਪਤਾ ਹੀ ਨਾ ਲੱਗ ਰਿਹਾ ਹੋਵੇ ਕਿ ਕੌਣ ਨੇ, ਕਿੱਥੋਂ ਆਏ ਨੇ? ਦੇਖੋ ਗੌਰਵ ਜੀ, ਨਿਤਨੇਮ ਦਾ ਪਾਠ ਹੋ ਰਿਹਾ ਸੀ, ਇਹਨਾਂ ਨੇ ਹਮਲਾ ਕਰਤਾ, ਮੈਂ ਲੰਬਾ ਪੈ ਗਿਆ ਉੱਥੇ। ਸਰਨੋਂ ਪਹਿਲਾਂ ਮੇਰੇ ਤੇ ਆ ਕੇ ਵਿਛਾੜਾਂ ਤੇ ਉਹ ਇੱਕ ਬਹੁਤਾ ਸਮਾਂ ਤਾਂ ਮੈਨੂੰ ਸਾਹ ਹੀ ਨਹੀਂ ਆਇਆ ਕਿੰਨਾ ਸਮਾਂ, ਤਾਂ ਉਦੋਂ ਬਾਅਦ ਮੈਨੂੰ ਸੰਗਤਾਂ ਬਾਂਹ ਫੜ ਕੇ ਲੈ ਕੇ ਸਾਹਮਣੇ ਲੈ ਗਏ, ਉਸ ਵੇਲੇ ਪੁਲਿਸ ਨੇ ਗ੍ਰਿਫਤਾਰ ਕੀਤਾ ਜੀ। ਠੀਕ ਹੈ, ਚਲੋ ਮੇਰੇ ਕੋਲ ਬਹੁਤ ਸਮਾਂ ਘੱਟ ਹੈ, ਮੈਂ ਇੱਕ ਰਮਾਣਾ ਜੀ ਔਰ ਸੰਘੇੜਾ ਸਾਹਿਬ ਤੋਂ ਰਿਐਕਸ਼ਨ ਲੈਣਾ। ਰਮਾਣਾ ਜੀ ਵਿੱਚ ਦੇ ਦੂੰ ਜੀ ਜਵਾਬ, ਕਿਉਂਕਿ ਮੇਰੇ ਤੇ ਹੀ ਸਵਾਲ ਹੈ ਸਾਰੇ। ਨਹੀਂ ਠੀਕ ਹੈ, ਮੈਂ ਪਰ ਪਹਿਲਾਂ ਤੁਹਾਡੇ ਤੋਂ ਇੱਕ ਜ਼ਰੂਰ ਜਾਣਨਾ ਚਾਹੁੰਦਾ, ਜੋ ਮਰਜ਼ੀ ਹੋਵੇ ਸਰ, ਸਰਕਾਰ ਦੀ ਜ਼ਿੰਮੇਵਾਰੀ ਤਾਂ ਹੁੰਦੀ ਹੈ, ਜੋ ਤਤਕਾਲੀ ਸਰਕਾਰ, ਅੱਜ ਕੁਝ ਘਟਨਾਕ੍ਰਮ ਹੁੰਦਾ ਸਰਕਾਰ ਨੂੰ ਸਵਾਲ ਹੁੰਦੇ ਨੇ, ਜਿਹੜੀ ਵੀ ਸਰਕਾਰ ਸਮੇਂ-ਸਮੇਂ ਦੇ ਉੱਤੇ ਰਹਿੰਦੀ ਹੈ ਸਵਾਲ ਹੁੰਦੇ ਨੇ। ਤੁਹਾਨੂੰ ਲੱਗਦਾ ਕਿ ਇਸ ਦੇ ਵਿੱਚ ਜਾਂਚ ਦੇ ਵਿੱਚ ਕੋਈ ਕੁਤਾਹੀ ਹੋਈ ਹੈ, ਚਾਹੇ ਤੁਹਾਡੇ ਸਮੇਂ ਹੋਵੇ, ਚਾਹੇ ਕਾਂਗਰਸ ਦੇ ਸਮੇਂ ਹੋਵੇ, ਚਾਹੇ ਮੌਜੂਦਾ ਦੌਰ ਦੇ ਵਿੱਚ ਹੋਵੇ? ਗੌਰਵ ਜੀ, ਅਸੀਂ 1000 ਵਾਰ ਕਹਿ ਚੁੱਕੇ ਹਾਂ, ਇੱਕ ਵਾਰ ਮੈਂ ਫੇਰ ਤੁਹਾਡੇ ਚੈਨਲ ਤੇ ਕਹਿ ਦਿਆਂ, ਸਭ ਤੋਂ ਵੱਧ ਦੁੱਖ ਹੈ ਕਿ ਇਹ ਦੁਖਦਾਈ ਘਟਨਾਵਾਂ ਸਾਡੀ ਸਰਕਾਰ 'ਚ ਹੋਈਆਂ ਜੀ।